Hello students, in this lecture we discuss comparative study of India and China. 8th point is demographic indicator. Demographic indicators are related with various features of population. ਇਹਦੇ ਵਿੱਚ ਕੀ ਇਨਕਲੂਡ ਹੁੰਦਾ ਡੈਮੋਗ੍ਰਾਫਿਕ ਫੀਚਰਸ ਦੇ ਵਿੱਚ ਪਾਪੂਲੇਸ਼ਨ ਸਾਈਜ਼ ਹੁੰਦਾ, ਪਾਪੂਲੇਸ਼ਨ ਗਰੋਥ ਰੇਟ, ਬਰਥ ਰੇਟ, ਡੈਥ ਰੇਟ, ਟੋਟਲ ਫਰਟੀਲਿਟੀ ਰੇਟ, ਅਰਬਨਾਈਜੇਸ਼ਨ, ਸੈਕਸ ਰੇਸ਼ੋ, population density, life expectancy, infant mortality rate, child mortality rate and maternal mortality rate. ਪੋਪੂਲੇਸ਼ਨ ਸਾਈਜ਼ ਕੀ ਰਿਫਲੈਕਟਸ ਕਰਦੀ ਹੈ ਕਿ ਨੰਬਰ ਆਫ ਪਰਸਨ ਕੀ ਇੱਕ ਨੇਸ਼ਨ ਦੇ ਵਿੱਚ ਕਿੰਨੇ ਨੰਬਰ ਆਫ ਪਰਸਨ ਰਹਿੰਦੇ ਆ, ਐਂਡ ਪੋਪੂਲੇਸ਼ਨ ਗਰੋਥ ਰੇਟ ਰਿਫਲੈਕਟਸ ਕਰਦੀ ਹੈ ਕਿ ਕਿੰਨੀ ਕੀ ਗਰੋਥ ਰੇਟ ਕਿੰਨੀ ਆ ਪੋਪੂਲੇਸ਼ਨ ਦੇ ਵਿੱਚ। ਅਰਬਨਾਈਜੇਸ਼ਨ ਰਿਫਲੈਕਟਸ ਕਰਦਾ ਹੈ ਕਿ ਕਿੰਨੇ ਪਰਸੈਂਟ ਜਿਹੜੇ ਲੋਕੀ ਆ ਉਹ ਅਰਬਨ ਏਰੀਆ ਦੇ ਵਿੱਚ ਰਹਿੰਦੇ ਆ, ਐਂਡ ਸੈਕਸ ਰੇਸ਼ੀਓ ਇੰਡੀਕੇਟਸ ਕਰਦਾ ਕਿ ਨੰਬਰ ਆਫ ਫੀਮੇਲਸ ਪਰ 1000 ਮੇਲ ਦੇ ਪਿੱਛੇ ਕਿੰਨੀਆਂ ਫੀਮੇਲਸ ਨੇ, ਐਂਡ ਪੋਪੂਲੇਸ਼ਨ ਡੈਂਸਿਟੀ ਕੀ ਸ਼ੋ ਕਰਦੀ ਹੈ ਐਵਰੇਜ ਨੰਬਰ ਆਫ ਪਰਸਨ ਲਿਵਿੰਗ ਇਨ 1 ਸਕੁਅਰ ਕਿਲੋਮੀਟਰ ਏਰੀਆ। ਲਾਈਫ ਐਕਸਪੈਕਟੈਂਸੀ ਇੰਡੀਕੇਟਸ ਕਰਦੀ ਹੈ ਐਵਰੇਜ ਏਜ ਆਫ ਪਰਸਨ ਦੀ ਐਵਰੇਜ ਏਜ ਕਿੰਨੀ ਆ ਉਹ ਲਾਈਫ ਐਕਸਪੈਕਟੈਂਸੀ ਸ਼ੋ ਕਰਦੀ ਆ। ਐਂਡ ਬਰਥ ਰੇਟ ਕੀ ਆ ਨੰਬਰ ਆਫ ਚਿਲਡਰਨ ਬੋਰਨ ਪਰ 1000 ਪਰਸਨ ਇਨ ਏ ਈਅਰ, ਐਂਡ ਡੈਥ ਰੇਟ ਕੀ ਇੰਡੀਕੇਟਸ ਕਰਦੀ ਹੈ ਨੰਬਰ ਆਫ ਪਰਸਨ ਡਾਈਂਗ ਪਰ 1000 ਪਰਸਨ ਇਨ ਏ ਈਅਰ। Infant mortality rate refers number of infant death in a year per 1000 infants। 1000 infants मतलब कि ਬੱਚੇ ਪਿੱਛੇ ਕਿੰਨੇ ਇਨਫੈਂਟਸ ਦੀ ਇਹ ਡੈਥ ਹੁੰਦੀ ਆ। ਇਨਫੈਂਟਸ ਮਤਲਬ ਕਿ 0 ਤੋਂ 1 ਈਅਰ ਦੇ ਵਿੱਚ ਜਿਹੜੇ ਬੱਚੇ ਹੁੰਦੇ ਆ। ਚਾਈਲਡ ਮੋਰਟੈਲਿਟੀ ਰੇਟ ਡੈਟ ਮੀਨ 0 to 5 ਈਅਰਸ ਦੇ ਜਿਹੜੇ ਚਾਈਲਡ ਹੁੰਦੇ ਉਹਨਾਂ ਦੀ ਮੋਰਟੈਲਿਟੀ ਰੇਟ ਕਿੰਨੀ ਆ ਪਰ 1000 ਪਰਸਨ। ਮਟਰਨਲ ਮੋਰਟੈਲਿਟੀ ਰੇਟ ਰੈਫਰਸ ਨੰਬਰ ਆਫ ਡੈਥ ਆਫ ਮਦਰ ਪਰ 1 ਲੱਖ ਡਿਲੀਵਰੀਜ਼ ਇਨ ਅ ਈਅਰ। ਟੇਬਲ 9 ਇੰਡੀਕੇਟ ਕਰਦਾ ਡੈਮੋਗ੍ਰਾਫਿਕ ਆਫ ਚਾਈਨਾ ਨੇ ਇੰਡੀਆ ਦੇ ਡੈਮੋਗ੍ਰਾਫਿਕ ਫੀਚਰਸ ਨੂੰ। ਪੋਪੂਲੇਸ਼ਨ ਸਾਈਜ਼ 2017 ਦੇ ਵਿੱਚ ਜਿਹੜਾ ਚਾਈਨਾ ਦਾ ਸੀਗਾ ਉਹ ਇੰਡੀਆ ਦੇ ਕੰਪੈਰੇਟਿਵਲੀ ਜ਼ਿਆਦਾ ਸੀ, ਐਂਡ ਗਰੋਥ ਰੇਟ ਬਟ ਪੋਪੂਲੇਸ਼ਨ ਗਰੋਥ ਰੇਟ ਐਜ਼ ਕੰਪੇਅਰ ਚਾਈਨਾ ਇੰਡੀਆ ਵਿੱਚ ਜ਼ਿਆਦਾ ਸੀਗੀ ਪੋਪੂਲੇਸ਼ਨ ਦੀ ਗਰੋਥ ਰੇਟ। ਬਰਥ ਰੇਟ ਚਾਈਨਾ ਵਿੱਚ 12.1 ਸੀ 2018 ਵਿੱਚ, ਬਟ ਇੰਡੀਆ ਦੇ ਵਿੱਚ ਚਾਈਨਾ ਦੇ ਨਾਲੋਂ ਜ਼ਿਆਦਾ ਸੀ 18.7%। ਡੈਥ ਰੇਟ ਚਾਈਨਾ ਵਿੱਚ 8 ਸੀ ਐਂਡ ਇੰਡੀਆ ਵਿੱਚ 7.3। ਟੋਟਲ ਫਰਟੀਲਿਟੀ ਰੇਟ 1.6 ਇੰਡੀਆ ਵਿੱਚ 2.3 ਸੀ। ਅਰਬਨ ਪੋਪੂਲੇਸ਼ਨ ਜਿਹੜੀ ਚਾਈਨਾ ਵਿੱਚ 59.2% ਜਿਹੜੀ ਪੋਪੂਲੇਸ਼ਨ ਅਰਬਨ ਏਰੀਆ ਵਿੱਚ ਰਹਿੰਦੀ ਹੈ ਅਕੋਰਡਿੰਗ ਟੂ 2017, ਐਂਡ ਇੰਡੀਆ ਦੇ ਵਿੱਚ 74% ਪੋਪੂਲੇਸ਼ਨ ਅਰਬਨ ਏਰੀਆ ਵਿੱਚ ਰਹਿੰਦੀ ਹੈ। ਸੈਕਸ ਰੇਸ਼ੋ ਚਾਈਨਾ ਵਿੱਚ 943 ਐਂਡ ਇੰਡੀਆ ਵਿੱਚ 940 ਆ। ਪੋਪੂਲੇਸ਼ਨ ਡੈਂਸਿਟੀ ਚਾਈਨਾ ਵਿੱਚ 148 ਆ ਕਿਉਂਕਿ ਚਾਈਨਾ ਦਾ ਏਰੀਆ ਬਹੁਤ ਆ ਜ਼ਿਆਦਾ, ਏਰੀਆ ਜ਼ਿਆਦਾ ਹੋਣ ਕਾਰਨ ਇਸ ਲਈ ਉਹਦੀ ਜਿਹੜੀ ਹੈ ਡੈਂਸਿਟੀ ਆਫ ਪਾਪੂਲੇਸ਼ਨ ਘੱਟ ਆ, ਬਟ ਇੰਡੀਆ ਦੇ ਵਿੱਚ ਡੈਂਸਿਟੀ ਆਫ ਪਾਪੂਲੇਸ਼ਨ 450 ਆ ਬਿਕੋਜ਼ ਇੰਡੀਆ ਦਾ ਜਿਹੜਾ ਏਰੀਆ ਆ ਜੀਓਗ੍ਰਾਫੀਕਲ ਏਰੀਆ ਉਹ ਬਹੁਤ ਘੱਟ ਹੈ ਐਜ਼ ਕੰਪੇਅਰ ਟੂ ਚਾਈਨਾ। ਲਾਈਫ ਐਕਸਪੈਕਟੈਂਸੀ ਚਾਈਨਾ ਵਿੱਚ 76 ਆ, ਇੰਡੀਆ ਵਿੱਚ ਬਹੁਤ ਘੱਟ ਆ ਜੋ ਕਿ 69 ਓਨਲੀ। ਇਨਫੈਂਟ ਮੋਰਟੈਲਿਟੀ ਰੇਟ ਚਾਈਨਾ ਵਿੱਚ 8 ਆ, ਇੰਡੀਆ ਵਿੱਚ 75 ਆ। ਚਾਈਲਡ ਮੋਰਟੈਲਿਟੀ ਰੇਟ ਚਾਈਨਾ ਵਿੱਚ 9, ਇੰਡੀਆ ਵਿੱਚ 39 ਆ, ਐਂਡ ਮੈਟਰਨਲ ਮੋਰਟੈਲਿਟੀ ਰੇਟ ਚਾਈਨਾ ਵਿੱਚ 27 ਐਂਡ ਇੰਡੀਆ ਵਿੱਚ 174 ਆ। Table 9 reflects important demographic indicators of China and India। ਇਸ ਡੈਮੋਗ੍ਰਾਫਿਕ ਫੀਚਰਸ ਤੋਂ ਇਹ ਕਲੀਅਰ ਹੁੰਦਾ ਕਿ ਇੰਡੀਆ ਜਲਦੀ ਹੀ ਓਵਰਟੇਕ ਕਰ ਲਏਗੀ ਪੋਪੂਲੇਸ਼ਨ ਦੇ ਮਾਮਲੇ 'ਚ ਚਾਈਨਾ ਨੂੰ, ਕਿਉਂਕਿ ਇੰਡੀਆ ਦੇ ਵਿੱਚ ਜਿਹੜੀ ਪੋਪੂਲੇਸ਼ਨ ਦੀ ਗਰੋਥ ਰੇਟ ਆ ਉਹ ਚਾਈਨਾ ਦੇ ਕੰਪੈਰੇਟਿਵਲੀ ਜ਼ਿਆਦਾ ਆ। ਐਂਡ ਇਸ ਤੋਂ ਇਲਾਵਾ ਜਿਹੜੇ ਚਾਈਨਾ ਦੇ ਵਿੱਚ ਜਿਹੜੀ ਹੈਲਥ ਕੇਅਰ ਫੈਸਿਲਿਟੀਜ਼ ਆ ਉਹ ਮੱਚ ਬੈਟਰ ਆ ਇੰਡੀਆ ਦੇ ਕੰਪੈਰੇਟਿਵਲੀ। ਇਸ ਕਾਰਨ ਜਿਹੜੀ ਉੱਥੇ ਇਨਫੈਂਟ ਮੋਰਟੈਲਿਟੀ ਰੇਟ, ਚਾਈਲਡ ਮੋਰਟੈਲਿਟੀ ਰੇਟ ਅਤੇ ਮੈਟਰਨਲ ਮੋਰਟੈਲਿਟੀ ਰੇਟ ਆ ਉਹ ਕੀ ਆ ਘੱਟ ਆ, ਅਤੇ ਲਾਈਫ ਐਕਸਪੈਕਟੈਂਸੀ ਰੇਟ ਵੀ ਜ਼ਿਆਦਾ ਆ ਇੰਡੀਆ ਦੇ ਨਾਲੋਂ। ਚਾਈਨਾ ਨੇ ਆਪਣੀ ਪੋਪੂਲੇਸ਼ਨ ਨੂੰ ਕੰਟਰੋਲ ਕਰਨ ਦੇ ਲਈ ਪਹਿਲਾਂ ਇੱਕ ਪੋਲਿਸੀ ਅਡੋਪਟ ਕੀਤੀ ਸੀ, 1 ਚਾਈਲਡ ਪੋਲਿਸੀ, ਜਿਸ ਕਾਰਨ ਚਾਈਨਾ ਦੇ ਵਿੱਚ ਜਿਹੜੀ ਯੰਗ ਜਨਰੇਸ਼ਨ ਸੀ, ਯੰਗ ਪੋਪੂਲੇਸ਼ਨ ਉਸ ਦੀ ਕੀ ਕਹਿੰਦੇ ਆ ਸ਼ੋਰਟੇਜ ਹੋ ਗਈ। ਸ਼ੋਰਟੇਜ ਦੇ ਕਾਰਨ ਕੀ ਹੋਇਆ, ਉਸਦੇ ਕੋਲ ਲੇਬਰ ਸਪਲਾਈ ਘੱਟ ਹੋ ਗਈ। ਲੇਬਰ ਸਪਲਾਈ ਘੱਟ ਹੋਣ ਦੇ ਕਾਰਨ ਉਸਨੇ ਆਪਣੀ ਇਸ ਪੋਲਿਸੀ ਨੂੰ ਚੇਂਜ ਕਰਕੇ 2 ਚਿਲਡਰਨ ਪੋਲਿਸੀ ਨੂੰ ਅਡੋਪਟ ਕਰ ਲਿਆ।
ਬਟ ਇਨ ਇੰਡੀਆ ਦੇ ਵਿੱਚ ਬਰਥ ਰੇਟ ਬਹੁਤ ਜ਼ਿਆਦਾ ਹੈ, ਇਸ ਕਰਕੇ ਜਿਹੜਾ ਪ੍ਰਪੋਰਸ਼ਨ ਆਫ ਯੂਥ ਆ ਉਹ ਬਹੁਤ ਜ਼ਿਆਦਾ ਹੈ। ਇਸ ਕਾਰਨ ਜਿਹੜੀ ਸਪਲਾਈ ਆਫ ਲੇਬਰ ਉਹ ਬਹੁਤ ਜ਼ਿਆਦਾ ਇੰਡੀਆ ਦੇ ਵਿੱਚ, ਯੰਗ ਲੇਬਰ ਦੀ ਸਪਲਾਈ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਹੈ। ਨੈਕਸਟ ਪੁਆਇੰਟ ਇਜ਼ occupational structure of population. It refers to percentage contribution of agriculture sector, industry sector and service sector in the employment in the economy. ਓਕੂਪੇਸ਼ਨਲ ਸਟਰਕਚਰ ਕੀ ਸ਼ੋ ਕਰਦਾ ਹੈ ਕਿ ਇਕੋਨਮੀ ਦੇ ਵਿੱਚ ਐਗਰੀਕਲਚਰ ਸੈਕਟਰ, ਇੰਡਸਟਰੀ ਸੈਕਟਰ ਅਤੇ ਸਰਵਿਸ ਸੈਕਟਰ ਦਾ ਕਿੰਨਾ ਕੰਟਰੀਬਿਊਸ਼ਨ ਆ। ਇਕਨੋਮਿਕ ਗਰੋਥ ਹੋਣ ਦੇ ਨਾਲ ਨਾਲ ਜਿਹੜਾ ਐਗਰੀਕਲਚਰ ਸੈਕਟਰ ਦਾ ਆ ਉਹਦਾ ਜਿਹੜਾ ਪ੍ਰਪੋਰਸ਼ਨ ਆ ਕੰਟਰੀਬਿਊਸ਼ਨ ਉਹ ਹੌਲੀ ਹੌਲੀ ਡਿਕਰੀਜ਼ ਕਰਦਾ ਜਾ ਰਿਹਾ, ਜਦ ਕਿ ਸੈਕੰਡਰੀ ਐਂਡ ਟਰਸ਼ਰੀ ਸੈਕਟਰ ਦਾ ਜਿਹੜਾ ਕੰਟਰੀਬਿਊਸ਼ਨ ਆ ਉਹ ਹੌਲੀ ਹੌਲੀ ਇਨਕਰੀਜ਼ ਕਰਦਾ ਜਾ ਰਿਹਾ। ਓਕੂਪੇਸ਼ਨਲ ਸਟਰਕਚਰ ਆਫ ਪਾਪੂਲੇਸ਼ਨ ਇਨ ਇੰਡੀਆ ਐਂਡ ਚਾਈਨਾ ਇਜ਼ ਸ਼ੋਨ ਇਨ ਟੇਬਲ 10। 1990 ਦੇ ਵਿੱਚ ਐਗਰੀਕਲਚਰ ਸੈਕਟਰ ਚਾਈਨਾ ਦਾ ਜਿਹੜਾ ਕੰਟਰੀਬਿਊਸ਼ਨ ਸੀ ਉਹ 16.1% ਸੀ, ਇੰਡੀਆ ਦਾ 67.4% ਸੀ। 2000 ਵਿੱਚ ਚਾਈਨਾ ਦਾ ਘੱਟ ਕੇ 50% ਹੋ ਗਿਆ ਐਂਡ ਇੰਡੀਆ ਦਾ 57। 2005 ਦੇ ਵਿੱਚ 44.8% ਸੀ, ਇੰਡੀਆ ਦਾ 55.8% ਐਂਡ 2015 ਵਿੱਚ ਐਗਰੀਕਲਚਰ ਸੈਕਟਰ ਦਾ ਕੰਟਰੀਬਿਊਸ਼ਨ 27.7% ਸੀ ਐਂਡ ਇੰਡੀਆ ਦਾ 47%, ਜਿਸ ਤੋਂ ਇਹ ਸ਼ੋ ਹੋ ਰਿਹਾ ਕਿ ਹਜੇ ਤੱਕ ਵੀ ਇੰਡੀਆ ਦੀ ਜਿਹੜੀ ਜ਼ਿਆਦਾਤਰ ਪੋਪੂਲੇਸ਼ਨ ਆ ਐਗਰੀਕਲਚਰ ਸੈਕਟਰ ਦੇ ਉੱਪਰ ਜ਼ਿਆਦਾ ਡਿਪੈਂਡ ਕਰ ਰਹੀ ਆ। ਐਂਡ ਇੰਡਸਟਰੀ ਸੈਕਟਰ 19 ਦੇ ਵਿੱਚ ਜਿਹੜਾ ਚਾਈਨਾ ਦਾ ਇੰਡਸਟਰੀ ਸੈਕਟਰ ਦਾ ਕੰਟਰੀਬਿਊਸ਼ਨ ਸੀ ਚਾਈਨਾ ਵਿੱਚ 21.4% ਸੀ, ਇੰਡੀਆ ਦਾ ਓਨਲੀ 12.1% ਸੀ। 2000 ਵਿੱਚ 22% ਹੋ ਗਿਆ ਐਂਡ ਇੰਡੀਆ ਦਾ 16.8%। 2005 ਵਿੱਚ ਚਾਈਨਾ ਦਾ 23.8% ਸੀ ਨਾ ਇੰਡੀਆ ਦਾ ਓਨਲੀ 19% ਸੀ ਐਂਡ ਚਾਈਨਾ ਦਾ 2015 ਵਿੱਚ ਪਰਸੈਂਟੇਜ ਇਨ ਸ਼ੇਅਰ ਇਨਕਰੀਜ਼ ਹੋ ਕੇ 28.8% ਹੋ ਗਿਆ ਐਂਡ ਇੰਡੀਆ ਦਾ 22%। ਐਂਡ ਸਰਵਿਸ ਸੈਕਟਰ ਵਿੱਚ ਜਿਹੜਾ ਚਾਈਨਾ ਦਾ ਕੰਟਰੀਬਿਊਸ਼ਨ ਸੀ 2000 ਵਿੱਚ 27.5 ਸੀ, ਇੰਡੀਆ ਦਾ 25 ਸੀ। 2015 ਵਿੱਚ ਚਾਈਨਾ ਦਾ ਸ਼ੇਅਰ ਜਿਹੜਾ ਸੀ 43.5% ਸੀ ਸਰਵਿਸ ਸੈਕਟਰ ਦਾ ਕੰਟਰੀਬਿਊਸ਼ਨ ਚਾਈਨਾ ਵਿੱਚ ਐਂਡ ਇੰਡੀਆ ਦੇ ਵਿੱਚ ਸਰਵਿਸ ਸੈਕਟਰ ਦਾ ਕੰਟਰੀਬਿਊਸ਼ਨ 31% ਸੀ। ਟੇਬਲ 10 ਤੋਂ ਇਹ ਸ਼ੋ ਹੋ ਰਿਹਾ ਕਿ ਜਿਹੜੀ ਚਾਈਨਾ ਅਤੇ ਇੰਡੀਆ ਦੋਨਾਂ ਦੇ ਵਿੱਚ ਟਾਈਮ ਦੇ ਅਕੋਰਡਿੰਗ ਐਗਰੀਕਲਚਰ ਸੈਕਟਰ ਦਾ ਜਿਹੜਾ ਕੰਟਰੀਬਿਊਸ਼ਨ ਸੀ, ਪ੍ਰਪੋਰਸ਼ਨਲ ਕੰਟਰੀਬਿਊਸ਼ਨ ਸੀ, ਉਹ ਹੌਲੀ ਹੌਲੀ ਕੀ ਆ ਡਿਕਰੀਜ਼ ਕਰਦਾ ਜਾ ਰਿਹਾ ਸੀ ਐਂਡ ਇੰਡਸਟਰੀ ਅਤੇ ਸਰਵਿਸ ਸੈਕਟਰ ਦਾ ਐਮਪਲੋਇਮੈਂਟ ਉਹ ਓਵਰ ਦਾ ਪੀਰੀਅਡ ਆਫ ਟਾਈਮ ਇਨਕਰੀਜ਼ ਕਰਦਾ ਜਾ ਰਿਹਾ ਸੀ। ਇਟ ਇੰਪਲਾਈਜ਼ ਦੈਟ ਬੋਥ ਇਕੋਨਮੀਜ਼ ਆਰ ਮੂਵਿੰਗ ਅਹੈਡ ਔਨ ਦਾ ਪਾਥ ਆਫ ਇਕਨੋਮਿਕ ਡਿਵਲਪਮੈਂਟ। ਬਟ ਫਿਰ ਵੀ ਜਿਹੜੇ ਇੰਡੀਆ ਦੇ ਵਿੱਚ ਜਿਹੜੀ ਐਜ਼ ਕੰਪੇਅਰ ਟੂ ਚਾਈਨਾ, ਇੰਡੀਆ ਦੀ ਜਿਹੜੀ ਜ਼ਿਆਦਾਤਰ ਪੋਪੂਲੇਸ਼ਨ ਸੀ ਫਿਰ ਵੀ ਐਗਰੀਕਲਚਰ ਦੇ ਉੱਪਰ ਡਿਪੈਂਡ ਕਰਦੀ ਸੀਗੀ। ਇੰਡੀਆ ਦੇ ਵਿੱਚ 2015 ਦੇ ਵਿੱਚ ਆਲਮੋਸਟ 47% ਆਫ ਜਿਹੜੀ ਵਰਕ ਫੋਰਸ ਸੀਗੀ ਉਹ ਐਗਰੀਕਲਚਰ ਦੇ ਵਿੱਚ ਹੀ ਅੰਗੇਜ ਸੀ, ਜਿਸ ਤੋਂ ਇਹ ਸ਼ੋ ਹੁੰਦਾ ਸੀ ਕਿ ਜਿਹੜੀ ਚਾਈਨਾ ਆ ਉਹ ਇੰਡੀਆ ਦੇ ਕੰਪੈਰੇਟਿਵਲੀ ਬੈਟਰ ਪੋਜੀਸ਼ਨ ਵਿੱਚ ਆ, ਕਿਉਂਕਿ ਇੰਡੀਆ ਦੇ ਜਿਹੜਾ ਐਗਰੀਕਲਚਰ ਸੈਕਟਰ ਆ ਉਹ ਹਜੇ ਵੀ ਸਫਰ ਕਰ ਰਿਹਾ ਬੈਕਵਰਡਨੈਸ ਨਾਲੋਂ, ਕਿਉਂਕਿ ਇੰਡੀਆ ਦਾ ਐਗਰੀਕਲਚਰ ਸੈਕਟਰ ਹਜੇ ਵੀ ਬੈਕਵਰਡ ਆ, ਪੁਰਾਣੀ ਟੈਕਨੀਕਸ ਨੂੰ ਯੂਜ਼ ਕੀਤਾ ਜਾਂਦਾ ਪ੍ਰੋਡਕਸ਼ਨ ਕਰਨ ਦੇ ਲਈ। Next is human development indicator. Human development indicators reflect the quality of life with the help of various human development indicators. Human development indicators quality of life ਨੂੰ ਰਿਫਲੈਕਟ ਕਰਦਾ ਆ, ਇਸ ਲਈ ਬਹੁਤ ਸਾਰੇ ਇੰਡੀਕੇਟਰਸ ਬਣਾਏ ਗਏ। ਹਿਊਮਨ ਡਿਵੈਲਪਮੈਂਟ ਇੰਡੀਕੇਟਰਸ ਫਸਟ ਹੈਗਾ ਹਿਊਮਨ ਡਿਵੈਲਪਮੈਂਟ ਇੰਡੈਕਸ ਇਜ਼ ਕੰਪਿਊਟਡ ਹਾਇਰ ਵੈਲਿਊ ਆਫ HDI ਸ਼ੋਜ਼ ਹਾਇਰ ਲੈਵਲ ਆਫ ਗਰੋਥ ਐਂਡ ਡਿਵੈਲਪਮੈਂਟ ਆਫ ਏ ਕੰਟਰੀ। ਜਿੰਨੀ ਜ਼ਿਆਦਾ ਹਿਊਮਨ ਡਿਵੈਲਪਮੈਂਟ ਇੰਡੈਕਸ ਦੀ ਵੈਲਿਊ ਹੋਏਗੀ ਉਨਾ ਹੀ ਜ਼ਿਆਦਾ ਕੰਟਰੀ ਦੀ ਗਰੋਥ ਹੋਏਗੀ। ਦੈਟ ਮੀਨਸ ਜਿੰਨੀ HDI ਦੀ ਵੈਲਿਊ ਉਨਾ ਹੀ ਗਰੋਥ ਐਂਡ ਡਿਵੈਲਪਮੈਂਟ ਆਫ ਏ ਕੰਟਰੀ ਜ਼ਿਆਦਾ ਹੋਏਗੀ। ਸਮ ਇੰਪੋਰਟੈਂਟ ਇੰਡੀਕੇਟਰਸ ਆਫ ਹਿਊਮਨ ਡਿਵੈਲਪਮੈਂਟ ਆਰ ਐਜ਼ ਫੋਲੋਜ਼। ਫਸਟ ਇਜ਼ ਲਾਈਫ ਐਕਸਪੈਕਟੈਂਸੀ, ਜਿੰਨੀ ਜ਼ਿਆਦਾ ਲਾਈਫ ਐਕਸਪੈਕਟੈਂਸੀ ਬੈਟਰ ਹੋਏਗੀ ਉਨੀ ਹੀ ਜ਼ਿਆਦਾ ਡਿਵੈਲਪਮੈਂਟ ਹੋਏਗੀ। ਅਡਲਟ ਲਿਟਰੇਸੀ ਰੇਟ, ਇਹ ਵੀ ਲਿਟਰੇਸੀ ਰੇਟ ਅਗਰ ਜ਼ਿਆਦਾ ਹੋਏਗੀ ਆਟੋਮੈਟਿਕਲੀ ਇਕਨੋਮਿਕ ਦੀ ਡਿਵੈਲਪਮੈਂਟ ਜ਼ਿਆਦਾ ਹੋਏਗੀ। ਪਰਸੈਂਟੇਜ ਆਫ ਪਾਪੂਲੇਸ਼ਨ ਬਿਲੋ ਪਾਵਰਟੀ ਲਾਈਨ ਲੋਅਰ ਦਾ ਬੈਟਰ, ਜਿੰਨੀ ਪਾਪੂਲੇਸ਼ਨ ਪਾਵਰਟੀ ਲਾਈਨ ਤੋਂ ਜਿੰਨੀ ਘੱਟ ਹੋਏਗੀ, ਦੈਟ ਮੀਨਸ ਜਿੰਨੇ ਗਰੀਬ ਲੋਕ ਘੱਟ ਹੋਣਗੇ ਉਨਾ ਹੀ ਕੰਟਰੀ ਦੇ ਲਈ ਬੈਟਰ ਹੋਏਗਾ। ਇਨਫੈਂਟ ਮੋਰਟੈਲਿਟੀ ਰੇਟ
ਲੋਅਰ ਦੀ ਬੈਟਰ। ਅਗਰ ਇਨਫੈਂਟ ਮੋਰਟੈਲਿਟੀ ਰੇਟ ਘੱਟ ਹੋਏਗੀ, ਉਹ ਵੀ ਇਕੋਨਮੀ ਦੇ ਲਈ ਵਧੀਆ ਹੋਏਗੀ। ਮੈਟਰਨਲ ਮੋਰਟੈਲਿਟੀ ਰੇਟ ਲੋਅਰ ਦੀ ਬੈਟਰ। ਪਰਸੈਂਟੇਜ ਆਫ ਪੋਪੂਲੇਸ਼ਨ ਹੈਵਿੰਗ ਅਸੈਸ ਟੂ ਇੰਪਰੂਵਡ ਵਾਟਰ ਰਿਸੋਰਸ ਹਾਇਰ ਦੀ ਬੈਟਰ। ਪਰਸੈਂਟੇਜ ਆਫ ਅੰਡਰ ਨਰਿਸ਼ਡ ਪੋਪੂਲੇਸ਼ਨ ਲੋਅਰ ਦੀ ਬੈਟਰ। ਕਿ ਜਿੰਨੇ ਅੰਡਰ ਨਰਿਸ਼ਡ ਪੋਪੂਲੇਸ਼ਨ ਆ, ਕਿ ਜਿਨ੍ਹਾਂ ਨੂੰ ਪ੍ਰੋਪਰ ਫੂਡ ਡਾਇਟ ਨਹੀਂ ਮਿਲ ਰਹੀ, ਅਗਰ ਉਹ ਜਿੰਨੇ ਘੱਟ ਹੋਣਗੇ ਉਨਾ ਹੀ ਇਕੋਨਮੀ ਦੇ ਲਈ ਵਧੀਆ ਹੋਏਗਾ। ਪਰਸੈਂਟੇਜ ਆਫ ਪੋਪੂਲੇਸ਼ਨ ਹੈਵਿੰਗ ਅਸੈਸ ਟੂ ਇੰਪਰੂਵ ਸੈਨੀਟੇਸ਼ਨ ਹਾਇਰ ਦੀ ਬੈਟਰ। Last point is per capita income adjusted for difference in purchasing power of $1 across different nations higher the better। ਟੇਬਲ 11 ਦੇ ਵਿੱਚ ਹਿਊਮਨ ਡਿਵੈਲਪਮੈਂਟ ਇੰਡੈਕਸ ਆਫ ਚਾਈਨਾ ਨੇ ਇੰਡੀਆ ਨੂੰ ਸ਼ੋਅ ਕੀਤਾ ਗਿਆ। HDI ਦਾ ਰੈਂਕ 2017 ਦੇ ਵਿੱਚ ਚਾਈਨਾ ਦਾ ਜਿਹੜਾ ਰੈਂਕ ਸੀ 86 ਸੀ, ਜਦਕਿ ਇੰਡੀਆ ਦਾ 130 ਸੀ। ਇਸ ਤੋਂ ਇਹ ਸ਼ੋਅ ਹੋ ਰਿਹਾ ਕਿ ਜਿਹੜਾ ਚਾਈਨਾ ਆ ਉਹ ਬੈਟਰ ਪੋਜੀਸ਼ਨ ਦੇ ਵਿੱਚ ਹੈ ਐਜ਼ ਕੰਪੇਅਰ ਟੂ ਇੰਡੀਆ ਦੇ ਨਾਲੋਂ, ਕਿਉਂਕਿ ਜਿੰਨਾ ਜ਼ਿਆਦਾ ਜਿੰਨਾ ਵਧੀਆ HDI ਦਾ ਰੈਂਕ ਹੋਏਗਾ, ਦੈਟ ਮੀਨਸ ਬੈਟਰ HDI ਰੈਂਕਸ ਇੰਡੀਕੇਟਸ ਹਾਇਰ ਲਾਈਫ ਐਕਸਪੈਕਟੈਂਸੀ, ਕਿ ਉੱਥੇ ਲਾਈਫ ਐਕਸਪੈਕਟੈਂਸੀ ਵਧੀਆ ਉਸ ਕੰਟਰੀ ਦੀ, ਹਾਇਰ ਲਿਟਰੇਸੀ ਰੇਟ ਆ, ਲੋਅਰ ਮੋਰਟੈਲਿਟੀ ਰੇਟ ਆ, ਲੈਸ ਪਰਸੈਂਟੇਜ ਪੋਪੂਲੇਸ਼ਨ ਬਿਲੋ ਪਾਵਰਟੀ ਲਾਈਨ ਆ, ਬੈਟਰ ਸੈਨੀਟੇਸ਼ਨ ਫੈਸਿਲਿਟੀਜ਼ ਆ, ਇੰਪਰੂਵਡ ਹੈਲਥ ਕੇਅਰ ਸਰਵਿਸਿਜ਼ ਆ, ਬੈਟਰ ਨਰਿਸ਼ਮੈਂਟ ਆਫ ਦੀ ਪੀਪਲ ਆ। Table 11 show that human development indicates quality of life in China is better than that of India। ਕਿ ਚਾਈਨਾ ਦੇ ਵਿੱਚ ਜਿਹੜੀ ਕੁਆਲਿਟੀ ਆਫ ਲਾਈਫ ਆ ਇੰਡੀਆ ਦੇ ਕੰਪੈਰੇਟਿਵਲੀ ਬੈਟਰ ਆ। ਨੈਕਸਟ ਇਜ਼ ਪੋਪੂਲੇਸ਼ਨ ਬਿਲੋ ਪਾਵਰਟੀ ਲਾਈਨ। ਪਾਵਰਟੀ ਇੱਕ ਸਾਈਨ ਆ ਕਿਸੇ ਵੀ ਨੇਸ਼ਨ ਦੇ ਬੈਕਵਰਡਨੈਸ ਦਾ, ਕਿ ਉਹ ਕੀ ਬੈਕਵਰਡ ਇਕੋਨਮੀ ਆ, ਕਿ ਅੰਡਰ ਡਿਵੈਲਪਡ ਇਕੋਨਮੀ। ਪਾਵਰਟੀ ਉਸ ਚੀਜ਼ ਦਾ ਇੱਕ ਸਾਈਨ ਆ। Poverty, what is poverty? Poverty is the inability to fulfill the basic requirement of life। ਪਾਵਰਟੀ ਕੀ ਆ ਕਿ ਜਦੋਂ ਲੋਕ ਆਪਣੀਆਂ ਬੇਸਿਕ ਡੇਲੀ ਲਾਈਫ ਦੀ ਰਿਕੁਆਇਰਮੈਂਟ ਨੂੰ ਵੀ ਪੂਰਾ ਨਹੀਂ ਕਰ ਪਾਉਂਦੇ, ਉਸਨੂੰ ਪਾਵਰਟੀ ਬੋਲਿਆ ਜਾਂਦਾ ਆ। ਇੰਡੀਆ ਦੇ ਵਿੱਚ ਜਿਹੜੀ ਪਾਵਰਟੀ ਆ ਐਜ਼ ਕੰਪੇਅਰ ਟੂ ਚਾਈਨਾ, ਇੰਡੀਆ ਦੇ ਵਿੱਚ ਜ਼ਿਆਦਾਤਰ ਲੋਕ ਪੂਅਰ ਆ। In India, the percentage of population living below international poverty line is almost 3 times that of China। It indicates that there is lack of inclusive growth in India। That means कि India ਦੇ ਵਿੱਚ ਜਿਹੜੀ poverty ਆ ਚਾਈਨਾ ਦੇ ਕੰਪੈਰੇਟਿਵਲੀ ਬਹੁਤ ਜ਼ਿਆਦਾ ਆ। Next is agriculture production and productivity। ਚਾਈਨਾ ਦੇ ਵਿੱਚ ਜਿਹੜਾ ਐਗਰੀਕਲਚਰ ਪ੍ਰੋਡਕਸ਼ਨ ਐਂਡ ਪ੍ਰੋਡਕਟੀਵਿਟੀ ਆ ਉਹ ਇੰਡੀਆ ਦੇ ਕੰਪੈਰੇਟਿਵਲੀ ਬਹੁਤ ਜ਼ਿਆਦਾ ਬੈਟਰ ਆ। ਇਨ 2014 ਐਂਡ 15 ਦੇ ਵਿੱਚ ਜਿਹੜਾ ਫੂਡ ਗ੍ਰੇਨ ਪ੍ਰੋਡਕਸ਼ਨ ਸੀ ਚਾਈਨਾ ਵਿੱਚ ਉਹ ਸੀਗਾ 1600 ਮਿਲੀਅਨ ਟਨ ਸੀ, ਉਸ ਤੋਂ ਜ਼ਿਆਦਾ ਸੀ, ਵਿਚ ਇਜ਼ ਮੋਰ ਦੈਨ 2.5 ਟਾਈਮਸ ਐਜ਼ ਕੰਪੇਅਰ ਟੂ ਐਨੂਅਲ ਫੂਡ ਗ੍ਰੇਨਸ ਪ੍ਰੋਡਕਸ਼ਨ ਆਫ ਇੰਡੀਆ। ਚਾਈਨਾ ਲਾਰਜੈਸਟ ਪ੍ਰੋਡਿਊਸਰ ਆ ਰਾਈਸ ਐਂਡ ਵੀਟ ਦਾ ਵਰਲਡ ਦੇ ਵਿੱਚ। 2015 ਦੇ ਵਿੱਚ ਪਰ ਹੈਕਟਰ ਪ੍ਰੋਡਕਸ਼ਨ ਆਫ ਰਾਈਸ ਚਾਈਨਾ ਦੇ ਵਿੱਚ 6.9 ਟਨ ਸੀ, ਜਦਕਿ ਇੰਡੀਆ ਵਿੱਚ ਓਨਲੀ 3.6 ਟਨ ਸੀਗਾ। ਇਨ ਦਾ ਸੇਮ ਈਅਰ ਜਿਹੜਾ ਪਰ ਹੈਕਟਰ ਪ੍ਰੋਡਕਸ਼ਨ ਆਫ ਵੀਟ ਸੀ ਚਾਈਨਾ ਵਿੱਚ 5.4% ਸੀ, ਇੰਡੀਆ ਵਿੱਚ ਓਨਲੀ 2.8 ਟਨ ਸੀਗਾ ਓਨਲੀ। So Chinese economy is much ahead of Indian economy in agriculture। That means in agriculture sector ਦੇ ਵਿੱਚ ਜਿਹੜੀ Chinese economy ਆ ਇੰਡੀਆ ਦੇ ਕੰਪੈਰੇਟਿਵਲੀ ਬਹੁਤ ਹੀ ਬੈਟਰ ਕੰਡੀਸ਼ਨਸ ਵਿੱਚ ਆ। Next is development of infrastructure। Both China and India have invested heavily in infrastructure, ਬਟ ਚਾਈਨਾ ਦੇ ਵਿੱਚ ਅਵੇਲੇਬਿਲਿਟੀ ਆਫ ਇਨਫਰਾਸਟਰਕਚਰ ਐਂਡ ਕੁਆਲਿਟੀ ਦੇ ਵਾਈਜ਼ ਇੰਡੀਆ ਦੇ ਕੰਪੈਰੇਟਿਵਲੀ ਉਹ ਜ਼ਿਆਦਾ ਵਧੀਆ ਆ। ਚਾਈਨਾ ਇਜ਼ ਅਹੈਡ ਆਫ ਇੰਡੀਆ ਇਨ ਟਰਮ ਆਫ ਇਲੈਕਟ੍ਰੀਸਿਟੀ ਜਨਰੇਸ਼ਨ, ਹਾਈ ਸਪੀਡ ਰੇਲਵੇਜ਼ ਲਾਈਨ, ਨੰਬਰ ਆਫ ਏਅਰਪੋਰਟਸ, ਨੰਬਰ ਆਫ ਸੀ ਪੋਰਟਸ, ਲੈਂਥ ਆਫ ਨੈਸ਼ਨਲ ਹਾਈਵੇ ਐਕਸੈਟਰਾਸ। ਨੈਕਸਟ ਇਜ਼ capital formation। Capital formation refers to increase in net investment in the economy। ਜਦੋਂ ਅਸੀਂ ਸੇਵਿੰਗਸ ਨੂੰ ਇਨਵੈਸਟਮੈਂਟ ਕਰਦੇ ਹਾਂ ਪ੍ਰੋਡਕਟਿਵ ਚੈਨਲਸ ਪ੍ਰੋਡਕਸ਼ਨ ਦੇ ਵਿੱਚ, ਉਹਦੇ ਨਾਲ ਕੀ ਹੁੰਦੀ ਹੈ ਕਿ ਕੈਪੀਟਲ ਫਾਰਮੇਸ਼ਨ ਇਨਕਰੀਜ਼ ਹੁੰਦੀ ਆ। ਜਿੰਨੀ ਜ਼ਿਆਦਾ ਕੈਪੀਟਲ ਫਾਰਮੇਸ਼ਨ ਹੋਏਗੀ ਉਨੀ ਹੀ ਜ਼ਿਆਦਾ ਕਿਸੇ ਨੇਸ਼ਨ ਦੀ ਇਕਨੋਮਿਕ ਗਰੋਥ ਹੁੰਦੀ ਆ। ਇਨ 2017 ਰੇਟ ਆਫ ਕੈਪੀਟਲ ਫਾਰਮੇਸ਼ਨ ਇਨ ਚਾਈਨਾ ਵਾਜ਼ 44% ਆਫ ਇਟਸ GDP, while in India it was only 31% of GDP।
High rate of capital formation in China in comparison to India implies higher level of economic growth in India. That means ਕਿ ਜਿਹੜੀ ਚਾਈਨਾ ਦੇ ਵਿੱਚ ਕੈਪੀਟਲ ਫਾਰਮੇਸ਼ਨ ਦੀ ਗਰੋਥ ਰੇਟ ਸੀ ਐਜ਼ ਕੰਪੇਅਰ ਟੂ ਇੰਡੀਆ ਉਸ ਦੇ ਨਾਲੋਂ ਬਹੁਤ ਜ਼ਿਆਦਾ ਸੀ। ਇਸ ਕਾਰਨ ਜਿਹੜੀ ਚਾਈਨਾ ਦੀ ਇਕਨੋਮਿਕ ਡਿਵੈਲਪਮੈਂਟ ਵੀ ਆ ਉਹ ਇੰਡੀਆ ਦੇ ਨਾਲੋਂ ਜ਼ਿਆਦਾ ਆ। ਨੈਕਸਟ ਇਜ਼ ਅਦਰ ਇੰਡੀਕੇਟਰਸ। ਰਿਸਰਚ ਅਤੇ ਡਿਵੈਲਪਮੈਂਟ ਫੈਸਿਲਿਟੀਜ਼ ਜਿਹੜੀ ਚਾਈਨਾ ਵਿੱਚ ਆ ਉਹ ਇੰਡੀਆ ਦੇ ਨਾਲੋਂ ਬਹੁਤ ਜ਼ਿਆਦਾ ਬੈਟਰ ਆ ਕਿਉਂਕਿ ਚਾਈਨਾ ਆਪਣੀ GDP ਦਾ 2% ਰਿਸਰਚ ਐਂਡ ਡਿਵੈਲਪਮੈਂਟ ਫੈਸਿਲਿਟੀਜ਼ ਦੇ ਉੱਪਰ ਸਪੈਂਡ ਕਰਦਾ ਜਦਕਿ ਇੰਡੀਆ ਸਿਰਫ 0.9% ਆਫ GDP ਨੂੰ ਸਪੈਂਡ ਕਰਦਾ ਰਿਸਰਚ ਦੇ ਉੱਪਰ। ਨੈਕਸਟ ਇਜ਼ ਪਰਸੈਂਟੇਜ ਆਫ ਪਾਪੂਲੇਸ਼ਨ ਯੂਜ਼ਿੰਗ ਇੰਟਰਨੈਟ ਇਜ਼ ਹਾਇਰ ਇਨ ਚਾਈਨਾ ਇਨ ਕੰਪੈਰੀਜ਼ਨ ਟੂ ਇੰਡੀਆ। ਚਾਈਨਾ ਦੇ ਵਿੱਚ ਜਿਹੜੇ ਪਾਪੂਲੇਸ਼ਨ ਇੰਟਰਨੈਟ ਯੂਜ਼ ਕਰਦੀ ਉਹ ਇੰਡੀਆ ਦੇ ਕੰਪੈਰੇਟਿਵਲੀ ਜ਼ਿਆਦਾ ਹੈ। ਚਾਈਨਾ ਵਿੱਚ ਅਬਾਊਟ 53% ਆਫ ਪਾਪੂਲੇਸ਼ਨ ਯੂਜ਼ ਕਰਦੀ ਇੰਟਰਨੈਟ ਐਂਡ ਜਦ ਕਿ ਇੰਡੀਆ ਵਿੱਚ ਓਨਲੀ 30% ਆਫ ਪਾਪੂਲੇਸ਼ਨ ਇੰਟਰਨੈਟ ਯੂਜ਼ ਕਰਦੀ ਆ। ਐਂਡ ਲੈਵਲ ਆਫ ਐਕਸਟਰਨਲ ਡੈਪਟ ਇਜ਼ ਮੋਰ ਇਨ ਚਾਈਨਾ ਦੈਨ ਇਨ ਇੰਡੀਆ। ਇੰਡੀਆ ਜਿਹੜਾ ਇਨਫੋਰਮੇਸ਼ਨ ਟੈਕਨੋਲੋਜੀ ਸੈਕਟਰ ਦੇ ਵਿੱਚ ਚਾਈਨਾ ਦੇ ਨਾਲੋਂ ਅੱਗੇ ਆ ਬਟ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਇਹ ਚਾਈਨਾ ਤੋਂ ਪਿੱਛੇ ਆ। ਨੈਕਸਟ ਵੀ ਡਿਸਕਸ strength and weakness of Indian economy. First we discuss strengths of Indian economy. First point is higher proportion of youth in Indian population. Indian population ਦੇ ਵਿੱਚ ਜਿਹੜਾ youth ਦਾ proportion ਆ ਬਹੁਤ ਜ਼ਿਆਦਾ ਆ। abundant labor supply and low wage rates. ਜੇ labor supply ਜ਼ਿਆਦਾ ਹੋਏਗੀ that means the wage rate ਵੀ ਘੱਟ ਹੋਏਗੀ। high economic growth rate ਜ਼ਿਆਦਾ ਹੁੰਦੀ ਉਸ ਨਾਲ। favorable investment destination for foreign investors. ਸਟਰੋਂਗ ਸਰਵਿਸ ਸੈਕਟਰ ਆ ਇੰਡੀਆ ਦੇ ਵਿੱਚ। ਗੁੱਡ ਗਲੋਬਲ ਇਮੇਜ ਇਨ ਇਨਫੋਰਮੇਸ਼ਨ ਟੈਕਨੋਲੋਜੀ ਸੈਕਟਰ। ਹਿਊਜ ਮਾਰਕੀਟ ਸਾਈਜ਼ ਆ ਡਿਊ ਟੂ ਪਾਪੂਲੇਸ਼ਨ ਬੇਸ ਕਿਉਂਕਿ ਇੰਡੀਆ ਦੇ ਵਿੱਚ ਪਾਪੂਲੇਸ਼ਨ ਜ਼ਿਆਦਾ ਆ ਇਸ ਕਾਰਨ ਜਿਹੜਾ ਮਾਰਕੀਟ ਸਾਈਜ਼ ਵੀ ਇੰਡੀਆ ਦੇ ਵਿੱਚ ਜ਼ਿਆਦਾ ਕਿਉਂਕਿ ਡਿਮਾਂਡ ਜ਼ਿਆਦਾ ਹੋਏਗੀ ਆਟੋਮੈਟਿਕਲੀ ਅਗਰ ਪਾਪੂਲੇਸ਼ਨ ਜ਼ਿਆਦਾ। ਨੈਕਸਟ ਇਜ਼ ਵੀਕਨੈਸ ਆਫ ਇੰਡੀਅਨ ਇਕੋਨਮੀ। ਇੰਡੀਆ ਦੇ ਵਿੱਚ ਜਿਹੜਾ ਇਨਫਰਾਸਟਰਕਚਰ ਉਹ ਬਹੁਤ ਜ਼ਿਆਦਾ ਵੀਕ ਆ। ਇੰਡੀਆ ਦੇ ਵਿੱਚ ਪਾਵਰਟੀ ਬਹੁਤ ਜ਼ਿਆਦਾ ਆ। ਡੈਪਰੀਸੀਏਸ਼ਨ ਇਨ ਦੀ ਐਕਸਟਰਨਲ ਵੈਲਿਊ ਆਫ ਇੰਡੀਅਨ ਰੁਪੀ in comparison to major currency of the world. unfavorable balance of trade ਰਹਿੰਦਾ। backward agriculture sector ਆ ਜ਼ਿਆਦਾਤਰ ਰੇਨਫੋਲ ਦੇ ਉੱਪਰ ਡਿਪੈਂਡ ਕਰਦਾ। weak manufacturing sector ਆ due to pure technology ਕਿਉਂਕਿ ਜਿਹੜਾ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਟੈਕਨੋਲੋਜੀ ਯੂਜ਼ ਕੀਤੀ ਜਾਂਦੀ ਉਹ ਪੂਅਰ ਹੁੰਦੀ ਆ। ਹਾਈ ਇਨਫਲੇਸ਼ਨ ਰੇਟਸ ਪ੍ਰਾਈਜ਼ਸ ਬਹੁਤ ਜ਼ਿਆਦਾ ਗੁੱਡਸ ਦੀਆਂ। ਕਰਪਸ਼ਨ ਬਹੁਤ ਜ਼ਿਆਦਾ ਇੰਡੀਆ ਵਿੱਚ। ਸਲੋ ਇਕਨੋਮਿਕ ਰਿਫੋਰਮਸ ਆ। ਹਾਈ ਗਰੋਥ ਰੇਟ ਆਫ ਪਾਪੂਲੇਸ਼ਨ ਬਹੁਤ ਜ਼ਿਆਦਾ ਆ। ਪੂਅਰ ਰੈਂਕ ਇਨ ਈਜ਼ ਇਨ ਡੂਇੰਗ ਬਿਜ਼ਨਸ ਐਂਡ ਪੂਅਰ ਰੈਂਕ ਇਨ ਹਿਊਮਨ ਡਿਵੈਲਪਮੈਂਟ ਇੰਡੈਕਸ। HDI ਦੇ ਵਿੱਚ ਜਿਹੜਾ ਰੈਂਕ ਹੈ ਇੰਡੀਆ ਦੇ ਵਿੱਚ ਉਹ ਵੀ ਬਹੁਤ ਜ਼ਿਆਦਾ ਪੂਅਰ ਦੈਟ ਇਜ਼ 130th ਇਨ ਦਾ ਵਰਲਡ। ਨੈਕਸਟ ਇਜ਼ ਸਟਰੈਂਥ ਐਂਡ ਵੀਕਨੈਸ ਆਫ ਚਾਈਨੀਜ਼ ਇਕੋਨਮੀ। ਫਸਟ ਇਜ਼ ਸਟਰੈਂਥ ਆਫ ਚਾਈਨੀਜ਼ ਇਕੋਨਮੀ। ਚਾਈਨਾ ਦੇ ਵਿੱਚ ਜਿਹੜਾ ਇਨਫਰਾਸਟਰਕਚਰ ਉਹ ਬਹੁਤ ਜ਼ਿਆਦਾ ਸਟਰੋਂਗ ਆ। ਕੈਪੀਟਲ ਫਾਰਮੇਸ਼ਨ ਚਾਈਨਾ ਦੇ ਵਿੱਚ ਬਹੁਤ ਜ਼ਿਆਦਾ ਹਾਈ ਰੇਟ ਆਫ ਕੈਪੀਟਲ ਫਾਰਮੇਸ਼ਨ ਆ। ਸਟਰੋਂਗ ਮੈਨੂਫੈਕਚਰਿੰਗ ਸਟਰਕਚਰ ਆ ਕਿਉਂਕਿ ਇੰਡੀਆ ਜਿਹੜਾ ਚਾਈਨਾ ਬਹੁਤ ਉਸਦੇ ਪ੍ਰੋਡਕਟਸ ਦੀ ਡਿਮਾਂਡ ਆਲਮੋਸਟ ਹਰ ਕੰਟਰੀਜ਼ ਦੇ ਵਿੱਚ ਆ ਉਹ ਬਹੁਤ ਜ਼ਿਆਦਾ ਐਕਸਪੋਰਟਸ ਕਰਦਾ ਆਪਣੀ ਗੁੱਡਸ ਲਈ ਇਸ ਲਈ ਉਹਦਾ ਜਿਹੜਾ ਮੈਨੂਫੈਕਚਰਿੰਗ ਸੈਕਟਰ ਬਹੁਤ ਜ਼ਿਆਦਾ ਸਟਰੋਂਗ ਆ। ਹਾਈ ਇਨਫਲੋ ਆਫ ਫੋਰਨ ਡਾਇਰੈਕਟ ਇਨਵੈਸਟਮੈਂਟ FDI ਫੋਰਨ ਡਾਇਰੈਕਟ ਇਨਵੈਸਟਮੈਂਟ ਬਹੁਤ ਜ਼ਿਆਦਾ ਆ। ਸਰਪਲਸ ਬੈਲੈਂਸ ਆਫ ਟ੍ਰੇਡ ਉਸਦਾ ਸਰਪਲਸ ਰਹਿੰਦਾ ਬਿਕੋਜ਼ ਕਿਉਂਕਿ ਐਕਸਪੋਰਟਸ ਜ਼ਿਆਦਾ ਕਰਦਾ ਚਾਈਨਾ। ਹਿਊਜ ਫੋਰਨ ਐਕਸਚੇਂਜ ਰਿਜ਼ਰਵਸ ਐਕਸਪੋਰਟਸ ਜ਼ਿਆਦਾ ਹੋਣ ਕਾਰਨ ਫੋਰਨ ਐਕਸਚੇਂਜ ਰਿਜ਼ਰਵ ਵੀ ਚਾਈਨਾ ਦੇ ਜ਼ਿਆਦਾ ਨੇ। ਐਪਰੀਸੀਏਸ਼ਨ ਇਨ ਐਕਸਟਰਨਲ ਵੈਲਿਊ ਆਫ ਯੂਹਾਨ ਅਗੇਂਸਟ ਅਦਰ ਮੇਜਰ ਕਰੰਸੀ ਆਫ ਦੀ ਵਰਲਡ। ਡਿਵੈਲਪਡ ਐਗਰੀਕਲਚਰ ਸੈਕਟਰ ਇੱਕ ਚਾਈਨਾ ਦਾ ਬਹੁਤ ਡਿਵੈਲਪਡ ਆ। ਵਾਸਟ ਜੀਓਗ੍ਰਾਫੀਕਲ ਏਰੀਆ ਵਾਈਜ਼ ਜਿਹੜਾ ਚਾਈਨਾ ਦਾ ਏਰੀਆ ਹੈ ਐਜ਼ ਕੰਪੇਅਰ ਟੂ ਇੰਡੀਆ ਦੇ ਨਾਲੋਂ ਬਹੁਤ ਜ਼ਿਆਦਾ ਆ। ਫੇਵਰੇਬਲ ਇਨਵੈਸਟਮੈਂਟ ਕਲਾਈਮੇਟ ਡਿਊ ਟੂ ਸਪੋਰਟਿਵ ਇਕਨੋਮਿਕ ਪੋਲਿਸੀਜ਼। ਨੈਕਸਟ ਇਜ਼ challenges and weakness of Chinese economy. ਫਸਟ ਇਜ਼ ਐਕਸੈਸਿਵ ਡਿਪੈਂਡੈਂਸ ਔਨ ਐਕਸਪੋਰਟ। ਜਿਹੜਾ ਚਾਈਨੀਜ਼ ਇਕੋਨਮੀ ਉਹ ਬਹੁਤ ਜ਼ਿਆਦਾ ਐਕਸਪੋਰਟ ਦੇ ਉੱਪਰ ਡਿਪੈਂਡ ਆ। ਲੈਸ ਡੋਮੈਸਟਿਕ ਡਿਮਾਂਡ ਡਿਊ ਟੂ ਹੈਬਿਟ ਆਫ ਚਾਈਨੀਜ਼ ਪੀਪਲ ਆਫ ਸਪੈਂਡਿੰਗ ਲੈਸ ਐਂਡ ਸੇਵਿੰਗ ਮੋਰ। ਜਿਹੜੇ ਚਾਈਨਾ ਦੇ ਵਿੱਚ ਜਿਹੜੀ ਉਹਨਾਂ ਦੀ ਗੁੱਡਸ ਦੀ ਡਿਮਾਂਡ ਡੋਮੈਸਟਿਕ ਡਿਮਾਂਡ ਆ ਉਹ ਬਹੁਤ ਘੱਟ ਆ ਬਿਕੋਜ਼ ਆਫ ਚਾਈਨੀਜ਼ ਪੀਪਲ ਦੀ ਹੈਬਿਟ ਆ ਕਿਉਂਕਿ ਉਹ ਸਪੈਂਡ ਘੱਟ ਕਰਦੇ ਆ ਸੇਵ ਜ਼ਿਆਦਾ ਕਰਦੇ ਆ। ਰੈਪਿਡਲੀ ਏਜਿੰਗ ਪਾਪੂਲੇਸ਼ਨ ਜਿਹੜੀ ਚਾਈਨਾ ਦੇ ਵਿੱਚ ਯੰਗ ਪੀਪਲ ਆ ਉਹਨਾਂ ਦਾ ਪ੍ਰਪੋਰਸ਼ਨ ਘੱਟ ਆ
ਇਸ ਕਾਰਨ ਉੱਥੇ ਜਿਹੜੀ ਲੇਬਰ ਸਪਲਾਈ ਆ ਉਹ ਵੀ ਘੱਟ ਆ। ਡਿਕਰੀਜ਼ਿੰਗ ਲੇਬਰ ਸਪਲਾਈ ਦੇ ਕਾਰਨ ਜਿਹੜਾ ਵੇਜ ਰੇਟ ਆ ਉਹ ਇਨਕਰੀਜ਼ ਜ਼ਿਆਦਾ ਉੱਥੇ ਇਨਕਰੀਜ਼ਿੰਗ ਕਰ ਰਿਹਾ। ਲਾਰਜ ਐਕਸਟਰਨਲ ਡੈਪਟ ਆ, ਅੰਡਰ ਯੂਟੀਲਾਈਜੇਸ਼ਨ ਆਫ ਇੰਸਟਾਲਡ ਇੰਡਸਟਰੀਅਲ ਕੈਪੈਸਿਟੀ ਆ, ਕਰਪਸ਼ਨ ਬਹੁਤ ਜ਼ਿਆਦਾ ਆ, ਪੂਅਰ ਰੈਂਕ ਇਨ ਈਜ਼ ਇਨ ਡੂਇੰਗ ਬਿਜ਼ਨਸ ਐਂਡ ਪੂਅਰ ਰੈਂਕ ਇਨ ਹਿਊਮਨ ਡਿਵੈਲਪਮੈਂਟ ਇੰਡੈਕਸ that is 86th in the world। ਇਸ ਤਰ੍ਹਾਂ ਨੈਕਸਟ ਇਸ ਕਨਕਲੂਜਨ, ਇਸ ਤਰ੍ਹਾਂ ਇੰਡੀਆ ਅਤੇ ਚਾਈਨਾ ਨੇ ਆਲਮੋਸਟ ਦੋਨਾਂ ਨੇ ਇਕੱਠੇ ਹੀ ਡਿਵੈਲਪਮੈਂਟ ਲਈ ਐਫਰਟ ਸਟਾਰਟ ਕੀਤੇ ਸੀ। ਇੰਡੀਆ ਨੂੰ 1947 ਵਿੱਚ ਇੰਡੀਪੈਂਡੈਂਸ ਮਿਲੀ ਸੀ ਐਂਡ ਚਾਈਨਾ ਨੂੰ 1949 ਦੇ ਵਿੱਚ। ਚਾਈਨਾ ਨੇ ਸੋਸ਼ਲਿਜ਼ਮ ਨੂੰ ਅਡੋਪਟ ਕੀਤਾ ਸੀ ਨਾ ਇੰਡੀਆ ਨੇ ਇਨੀਸ਼ੀਅਲੀ ਮਿਕਸਡ ਇਕਨੋਮਿਕ ਸਿਸਟਮ ਨੂੰ ਅਡੋਪਟ ਕੀਤਾ ਸੀ। ਐਂਡ ਚਾਈਨਾ ਨੇ 1978 ਦੇ ਵਿੱਚ 1980 ਤੱਕ ਆਲਮੋਸਟ ਦੋਨਾਂ ਦੀ ਜਿਹੜੀ ਗਰੋਥ ਰੇਟ ਸੀ ਇੰਡੀਆ ਅਤੇ ਚਾਈਨਾ ਦੀ ਸੇਮ ਸੀ। ਚਾਈਨਾ ਨੇ 1978 ਦੇ ਵਿੱਚ ਇਕਨੋਮਿਕ ਰੀਫੋਰਮਸ ਨੂੰ ਅਡੋਪਟ ਕੀਤਾ ਨੇ ਇੰਡੀਆ ਨੇ 1991 ਦੇ ਵਿੱਚ ਇਕਨੋਮਿਕ ਰੀਫੋਰਮ, ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਐਂਡ ਗਲੋਬਲਾਈਜੇਸ਼ਨ ਨੂੰ ਅਡੋਪਟ ਕੀਤਾ ਸੀ ਫੋਰ ਇਕਨੋਮਿਕ ਗਰੋਥ ਦੇ ਲਈ। ਚਾਈਨਾ ਦੇ ਵਿੱਚ ਜਿਹੜੀ ਪੋਪੂਲੇਸ਼ਨ ਗਰੋਥ ਰੇਟ ਬਹੁਤ ਜ਼ਿਆਦਾ ਸੀ ਜਿਸ ਕਾਰਨ ਉਹਦੀ ਪਰ ਕੈਪੀਟਾ ਇਨਕਮ ਵੀ ਘੱਟ ਸੀ, ਇਸ ਕਰਕੇ ਜ਼ਿਆਦਾ ਇਨਕਰੀਜ਼ ਨਹੀਂ ਹੋਈ। ਬਟ ਫਿਰ ਵੀ ਚਾਈਨਾ ਨੇ ਐਜ਼ ਕੰਪੇਅਰ ਟੂ ਇੰਡੀਆ ਵਿੱਚ ਮੈਨੂਫੈਕਚਰਿੰਗ ਸੈਕਟਰ ਵਿੱਚ ਬਹੁਤ ਜ਼ਿਆਦਾ ਗਰੋਥ ਹੋਈ। ਇਸ ਕਾਰਨ ਜਿਹੜੀ ਚਾਈਨੀਜ਼ ਇਕੋਨਮੀ ਦੀ ਡਿਵੈਲਪਮੈਂਟ ਬਹੁਤ ਜ਼ਿਆਦਾ ਹੈ। ਬਟ ਇੰਡੀਆ ਹਜੇ ਵੀ ਸਟਿਲ ਬੇਸਿਕ ਪ੍ਰੋਬਲਮਸ ਲਾਈਕ ਪਾਵਰਟੀ, ਅਨਐਮਪਲੋਇਮੈਂਟ, ਕਰੰਟ ਅਕਾਊਂਟ ਡੈਫੀਸਿਟ, ਵੀਕ ਇਨਫਰਾਸਟਰਕਚਰ, ਕਰਪਸ਼ਨ ਐਕਸੈਕਟਰਾ ਇਹਨਾਂ ਦੇ ਚੈਲੰਜਸ ਹੀ ਫੇਸ ਕਰ ਰਿਹਾ। ਇਹਨਾਂ ਨੂੰ ਓਵਰਕਮ ਕਰਨ ਲਈ ਗਵਰਨਮੈਂਟ ਪੋਲਿਸੀਜ਼ ਅਡੋਪਟ ਕਰ ਰਹੀ ਹੈ। ਇਹਨਾਂ ਸਾਰੀ ਪ੍ਰੋਬਲਮਸ ਨੂੰ ਓਵਰਕਮ ਕਰਨ ਦੇ ਲਈ ਗਵਰਨਮੈਂਟ ਨੂੰ ਮੈਨੂਫੈਕਚਰਿੰਗ ਸੈਕਟਰਸ ਅਤੇ ਸਰਵਿਸ ਸੈਕਟਰ ਨੂੰ ਸਪੋਰਟਸ ਕਰਨਾ ਚਾਹੀਦਾ ਤਾਂ ਜੋ ਕਿਉਂਕਿ ਸਰਵਿਸ ਸੈਕਟਰ ਅਤੇ ਜਦੋਂ ਮੈਨੂਫੈਕਚਰਿੰਗ ਸੈਕਟਰ ਦੀ ਡਿਵੈਲਪਮੈਂਟ ਜ਼ਿਆਦਾ ਹੋਏਗੀ ਦੈਨ ਉਸ ਨਾਲ ਕੀ ਹੋਏਗੀ, ਐਮਪਲੋਇਮੈਂਟ ਇਨਕਰੀਜ਼ ਹੋਏਗੀ ਇੰਡੀਆ ਨਾਲ, ਜਿਸ ਨਾਲ ਕਿ ਇਕਨੋਮਿਕ ਗਰੋਥ ਜ਼ਿਆਦਾ ਸਟਾਰਟ ਹੋਏਗੀ।